ਜਿਸ ਤਰ੍ਹਾਂ ਮੁਹੰਮਦ ਸਾਹਿਬ ਜਦੋਂ ਮੱਕਾ ਤੋਂ ਮਦੀਨਾ ਗਏ, ਉਹਨਾਂ ਨੇ ਹਿਜਰ ਕੀਤਾ, ਜੀ ਸੋ ਉਹ ਸ਼ਹਿਰ ਨੂੰ ਛੱਡ ਕੇ ਗਏ ਸੀਗੇ। ਇਹ ਇਸੀ ਤਰ੍ਹਾਂ ਅਸੀਂ ਵੀ ਆਪਣੇ ਪਰਿਵਾਰਾਂ ਨੂੰ ਛੱਡਦੇ ਹਾਂ, ਇੱਕ ਸ਼ਹਿਰ ਨੂੰ ਦੂਸਰੇ ਸ਼ਹਿਰ ਛੱਡ ਕੇ ਘਾਟ ਦਾ ਪਾਣੀ ਪੀਂਦੇ ਹਾਂ। ਕਦੀ ਵੀ ਇੱਕ ਸ਼ਹਿਰ 'ਚ ਨਹੀਂ ਰਹਿ ਸਕਦੇ, ਕਿਉਂਕਿ ਸਾਡੀ ਜਿਹੜੀ ਸਾਡਾ ਅਤੀਤ ਜਿਹੜਾ ਹੈ ਉਹ ਪਿੱਛਾ ਕਰਦਾ ਹੈ। ਕਿਤੇ ਨਾ ਕਿਤੇ ਸਾਡੇ ਬੁਲੀ ਹੈਰੈਸਮੈਂਟ ਕੋਈ ਨਾ ਕੋਈ ਸਾਡਾ ਪੁਰਾਣਾ ਟੱਕਰ ਜਾਂਦਾ ਹੈ ਕਿ ਇਹ ਤਾਂ ਇਹ ਇੱਦਾਂ ਦਾ ਬਣ ਗਿਆ ਹੈ, ਇਹ ਤੈਨੂੰ ਚੰਗਾ ਭਲਾ ਪਰਮਾਤਮਾ ਨੇ ਇਹ ਬਣਾਇਆ ਸੀ। ਉਹਨਾਂ ਨੂੰ ਨਹੀਂ ਪਤਾ ਅੰਦਰੂਨੀ ਜਿਹੜਾ ਬ੍ਰੇਨ ਵਿੱਚ ਜਿਹੜਾ ਸਾਈਕੋਲੋਜੀਕਲ ਜਿਹੜਾ ਡਿਪਰੈਸ ਹੁੰਦਾ। ਤੁਸੀਂ ਹਮੇਸ਼ਾ I don't know what you want to become, but mostly people they want to become a doctor, engineer, है ना, साइंटिस्ट बनना चाहते हैं सब कुछ, कोई कुछ बनना, कोई पायलट बनना चाहता। मैं हमेशा ये सोचती सी मैं लड़की बनांगी, है ना। दैट इज़ डिफरेंट थिंग कि मैं जज बना, या वो भी नहीं बनन दिता लोगों ने ना जज बनन दिता, ना किसी ने लॉयर बनन दिता मैनू, ना ही मैं IAS ऑफिसर बन सकी। लेकिन थैंक गॉड मैं औरत बन गई हूँ। ਕਿਉਂ ਨਹੀਂ ਬਣਨ ਦਿੱਤਾ ਮੈਮ ਤੁਹਾਨੂੰ IAS ਜਾਂ ਜੱਜ ਪੜ੍ਹਾਈ? ਇਟਸ ਅ ਲੌਂਗ ਸਟੋਰੀ, ਬਿਕੋਜ਼ ਮੈਂ ਪੜ੍ਹਾਈ 'ਚ ਬੜੀ ਹੁਸ਼ਿਆਰ ਸੀਗੀ, ਬੇਸ਼ੱਕ ਡਿਪਰੈਸ਼ਨ 'ਚ ਸੀਗੀ। 9-10 'ਚ ਜਾ ਕੇ ਮੈਂ ਡਿਪਰੈਸ਼ਨ 'ਚ ਰਹੀ। ਉਸ ਤੋਂ ਪਹਿਲੇ ਜਦੋਂ ਮੈਂ 7 ਸਾਲ ਦੀ ਸੀਗੀ, ਇਹ ਨਹੀਂ ਕਿ ਮੈਂ ਹਮੇਸ਼ਾ लोग समझते यार तुम अच्छा खासा मर्द हो, तो मर्द जैसा रहने, मैंने मर्द बनने की बहुत कोशिश की है ना। किस एज तक? काफ़ी साल, 20-25 साल तक एज तक मैं मतलब कोशिश की थी मैं आदमी बन के रहा, लेकिन नहीं हो पाया। देखो 7 साल की उम्र 'ਚ मैं अपनी माँ ਨੂੰ ਕਿਹਾ, ਮਾਂ ਮੈਨੂੰ ਲੱਗਦਾ ਹੈ ਕਿ ਮੈਂ ਕੁੜੀ ਹਾਂ, ਹੈ ਨਾ। ਮੇਰੇ ਅੰਦਰੋਂ ਫੀਲ ਹੁੰਦਾ, ਮੈਨੂੰ ਬਹੁਤ ਜ਼ਿਆਦਾ ਐਨਗਜ਼ਾਈਟੀ ਐਂਡ ਜਿਹੜਾ ਜੈਂਡਰ ਡਿਸਫੋਰੀਆ ਸੀਗਾ। ਸੋ ਮਾਂ ਨੇ ਮੇਰੇ ਪਾਪਾ ਨਾਲ ਗੱਲ ਕੀਤੀ, ਪਾਪਾ ਨੇ ਇੱਕ ਤਾਂਤਰਿਕ ਨਾਲ ਗੱਲ ਕੀਤੀ। ਤਾਂਤਰਿਕ ਨੇ ਕਿਹਾ ਕਿ ਇਹਦੇ ਅੰਦਰ ਕੋਈ ਚੁੜੈਲ ਆ ਗਈ ਹੈ, ਕੋਈ ਪ੍ਰੇਤ ਆਤਮਾ ਹੈ ਜੋ ਕਿ ਇਹਨੂੰ ਤੰਗ ਕਰ ਰਹੀ ਹੈ। ਸੋ ਉਹਨਾਂ ਨੇ ਫਿਰ ਇੱਕ ਦਿਨ ਡਿਸਾਈਡ ਕੀਤਾ, ਰਾਤ ਨੂੰ 11-12 ਵਜੇ ਕਰੀਬ ਇੱਕ ਹਵਨ ਕੁੰਡ ਸੀਗੀ, ਜਿਹਦੇ ਵਿੱਚ ਅਗਨੀ ਜਲਾ ਕੇ ਉਹਨਾਂ ਨੇ ਮੰਤਰ ਬੋਲਣਾ ਸ਼ੁਰੂ ਕੀਤਾ, ਝਾੜ ਫੂਕ ਸ਼ੁਰੂ ਕੀਤੀ। ਅਤੇ ਉਹਨਾਂ ਨੇ ਮੈਨੂੰ ਜਿਹੜਾ ਤਾਂਤਰਿਕ ਸੀਗਾ, ਉਹਨੇ ਮੈਨੂੰ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਵੀ ਇਹਨੂੰ ਛੱਡ ਕੇ ਚਲੀ ਜਾ, ਜਿੱਥੋਂ ਵੀ ਤੂੰ ਆਈ ਹੈ ਛੱਡ ਕੇ ਚਲੇ। ਪਹਿਲੇ ਤਾਂ ਉਹ ਪੱਤਿਆਂ ਨਾਲ, ਝਾੜ ਫੂਕ ਨਾਲ ਮੈਨੂੰ ਮਾਰਦਾ ਰਿਹਾ, ਹੈ ਨਾ, ਮੋਰ ਦੇ ਪੰਖ ਨਾਲ। ਉਸ ਤੋਂ ਬਾਅਦ ਜਦੋਂ ਨਹੀਂ ਕੁਛ ਹੋਇਆ, ਫਿਰ ਉਸਨੇ ਅੰਦਰ ਜਿਹੜਾ ਅਗਨੀ ਦੇ ਅੰਦਰ ਇੱਕ ਚਿਮਟਾ ਜਿਹਾ ਰੱਖਿਆ ਸੀਗਾ, ਅਤੇ ਉਹ ਚਿਮਟਾ ਕੱਢਿਆ, ਉਹਦੇ ਨਾਲ ਡਰਾਉਣਾ ਸ਼ੁਰੂ ਕੀਤਾ। ਅਤੇ ਉਹਦੇ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਹੋਇਆ, ਹਲਕਾ ਫੁਲਕਾ ਡਰ ਤਾਂ ਲੱਗਿਆ, ਲੇਕਿਨ ਜਦੋਂ ਮੇਰੇ ਮੂੰਹ 'ਚੋਂ ਨਹੀਂ ਨਿਕਲਿਆ ਵੀ ਮੈਂ ਜਾ ਰਹੀ ਹਾਂ, ਸੋ ਉਹਨੇ ਮੈਨੂੰ ਮੇਰੇ ਸਰੀਰ 'ਤੇ ਪੀਟਣਾ ਸ਼ੁਰੂ ਕੀਤਾ, ਉਹ ਜਿਹਦੇ ਨਿਸ਼ਾਨ ਹਜੇ ਤੱਕ ਮੇਰੇ ਸਰੀਰ 'ਚ ਹੈਗੇ। ਜਦੋਂ ਇਹ ਸਾਰੀ ਚੀਜ਼ਾਂ ਹੋਈ, ਫਿਰ ਅਚਾਨਕ ਫਿਰ ਮੈਂ ਮਤਲਬ ਜਦੋਂ ਮੇਰੇ ਸਰੀਰ 'ਚ ਸੱਟ ਵੱਜਣੀ ਸ਼ੁਰੂ ਹੋਈ, ਫਿਰ ਮੈਂ ਚਿੱਲਾਣਾ ਸ਼ੁਰੂ ਕੀਤਾ। ਐਂਡ ਫਾਈਨਲੀ ਮੈਂ ਕਿਹਾ ਕਿ ਠੀਕ ਹੈ, ਜਿੱਦਾਂ ਤੁਸੀਂ ਕਰਿਆ ਮੈਂ ਉੱਦਾਂ ਹੀ ਕਰਾਂਗੀ, ਠੀਕ ਹੈ ਨਾ। ਫਿਰ ਤਾਂਤਰਿਕ ਨੇ ਆਪਣਾ ਚਿਮਟਾ ਹਟਾ ਤੇ ਕਹਿੰਦੇ ਵੀ ਹੁਣ ਇਹ ਠੀਕ ਹੋ ਗਿਆ ਬੱਚਾ, ਇਹਦੇ ਅੰਦਰ ਜਿਹੜੀ ਚੁੜੈਲ ਸੀਗੀ ਉਹ ਛੱਡ ਕੇ ਚਲੀ ਗਈ ਹੈ। वो चुड़ैल बोल रही थी कि आप बोल रहे थे? मैं खुद ही बोली, मैं खुद चुड़ैल हूँ बहुत ज़्यादा। मैम आप अंदर से भी इतने खुश हो कि सिर्फ खुश रहने के लिए खुश हो। वो ना मैंने कहा कि जो खुशी है ना, क्योंकि हमारे अंदर इतना डिप्रेशन है, इतना हम लोग समाज के अंदर इतने सारी चीज़ें झेलते हैं, वो हम दबाने के लिए उन चीज़ों को कि वो हावी ना हो जाए हमारे ऊपर, है ना, वो चीज़ों को दबाने के लिए। और हम हमेशा बिज़ी रहते, मैं हमेशा बिज़ी रहती, तो उस बिज़ी के कारण ही जैसे खुशी है। और मैं सोचती कि यार मेरे जैसे हज़ारों लोग होंगे, लाखों लोग हैं जो बहुत डिप्रेशन, हम बात करेंगे कि किस तरह से लोग डिप्रेशन में आके सुसाइड कर लेते हैं, किस तरह। तो ये जो मेरा जर्नी ਜਦੋਂ ਮੈਂ ਫਿਰ 9ਵੀਂ-10ਵੀਂ ਕਲਾਸ ਦੇ ਹੋਈ ਅਤੇ ਮੈਂ ਡਿਪਰੈਸ਼ਨ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਗਈ। ਜੈਂਡਰ ਡਿਸਫੋਰੀਆ ਇੱਕ ਟਰਮ ਹੈਗੀ, ਸਾਈਕੈਟਰਿਸਟ ਜਿਹਦੀ ਨਾ ਮੈਡੀਕਲ ਟਰਮ। ਸੋ ਜੈਂਡਰ ਡਿਸਫੋਰੀਆ ਆਪਣੇ ਜੈਂਡਰ ਨੂੰ ਐਕਸੈਪਟ ਨਾ ਕਰਨਾ ਜੀ, ਹੈ ਨਾ, ਸ਼ੀਸ਼ੇ 'ਚ ਦੇਖ ਕੇ ਆਪਣੇ ਆਪ ਨੂੰ ਨਫ਼ਰਤ ਕਰਨਾ ਕਿ ਨਹੀਂ ਇਹ ਮੈਂ ਨਹੀਂ ਹਾਂ, ਬਿਲਕੁਲ, ਹੈ ਨਾ। ਉਹਦੇ ਨਾਲ ਡਿਪਰੈਸ਼ਨ ਔਰ ਵੱਧਦਾ ਜਾਂਦਾ ਅਤੇ ਮੈਂਟਲੀ ਬਹੁਤ ਜ਼ਿਆਦਾ ਮਤਲਬ ਉਹ ਪਾਗਲਪੰਤੀ ਵਾਲਾ ਅਟੈਕ ਪਾਉਣਾ ਸ਼ੁਰੂ ਹੁੰਦੇ। ਐਂਡ ਫਾਈਨਲੀ ਮੈਂ ਇੱਕ ਦਿਨ ਡਿਸਾਈਡ ਕੀਤਾ ਕਿ ਮੈਂ ਖ਼ਤਮ ਹੋ ਜਾਣਾ, ਆਪਣੇ ਆਪ ਨੂੰ ਸੁਸਾਈਡ ਕਰ ਲੈਣਾ। ਮੈਂ ਇੱਕ ਦਿਨ ਆਪਣੇ ਘਰ ਵਿੱਚ ਮੰਮੀ ਦੀ ਸਾੜੀ ਲੈ ਕੇ ਪੰਖੇ 'ਚ ਲਪੇਟ ਕੇ ਆਪਣੇ ਆਪ ਨੂੰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ।
ਇੰਨੀ ਦੇਰ ਹੀ ਮੇਰੀ ਮਦਰ ਨੇ ਦਰਵਾਜ਼ਾ ਮਤਲਬ ਉਹ ਚਿਟਕਣੀ ਸ਼ਾਇਦ ਠੀਕ ਨਹੀਂ ਲੱਗੀ ਸੀਗੀ, ਤੇ ਉਹਨਾਂ ਨੇ ਧੱਕਾ ਮਾਰਿਆ ਤੇ ਮੈਨੂੰ ਉੱਪਰੋਂ ਕੱਢਿਆ। ਸੋ ਮੈਨੂੰ ਉਹਨਾਂ ਨੇ ਚਾਂਟੇ ਚੂਟੇ ਮਾਰੇ, समझाने की कोशिश भी, क्या कर रहे हो तुम लोग, है ना? उन्होंने कहा अगर, मेरी मम्मी ने कहा कि अगर तुम्हें पढ़ने में ध्यान देना चाहिए, ये सब चीज़ें नहीं करनी। अगर तुम्हें लगता है कि तुम ऐसा हो, तुम अभी ना सोचो, पहले पढ़ाई कर लो, पढ़ लिख लो, तुम्हारे जेब में पैसे रहेंगे तो दुनिया तुम्हें एक्सेप्ट करेगी, खाली पॉकेट तुम्हें कोई एक्सेप्ट नहीं करेगा। अभी क्या होगा, तुम हिजड़ों में चले जाओगे, तुम्हें हिजड़े ले जाएंगे, किन्नरों में तुम नाचना गाना ताली बजाओगे, तो वो फ़ायदा नहीं था। इसलिए तुम पढ़ाई में ध्यान दो। फिर मैं पढ़ाई शुरू की हौली हौली, मन लगाने की कोशिश की। +2 'ਚ फिर ਜਦੋਂ ਮੇਰਾ 2nd ਡਿਵੀਜ਼ਨ 'ਚ, ਐਂਡ ਫਾਈਨਲੀ ਮੈਂ ਜਦੋਂ ਗ੍ਰੈਜੂਏਸ਼ਨ ਕੀਤੀ ਗਵਰਨਮੈਂਟ ਕਾਲਜ ਸੈਕਟਰ 46 ਚੰਡੀਗੜ੍ਹ ਵਿੱਚ, ਤੇ ਆਈ ਵਾਸ ਟੌਪਰ ਆਫ ਕਾਲਜ ਐਂਡ ਯੂਨੀਵਰਸਿਟੀ ਆਲਸੋ 93 ਵਿੱਚ। ਸੋ 93 ਵਿੱਚ ਜਦੋਂ ਮੈਂ ਐਡਮਿਸ਼ਨ, ਮੈਂ ਟੌਪਰ ਸੀਗੀ 93 ਵਿੱਚ, ਮੈਨੂੰ ਈਜ਼ੀਲੀ ਹਿਸਟਰੀ ਡਿਪਾਰਟਮੈਂਟ 'ਚ ਐਡਮਿਸ਼ਨ ਮਿਲ ਗਈ ਪੰਜਾਬ ਯੂਨੀਵਰਸਿਟੀ ਦੇ।